ਫਿਲਿੱਪੀਆਂ ਨੂੰ ਪੌਲੁਸ ਦੀ ਪੱਤਰੀ। ਪੌਲੁਸ ਨੇ ਪੂਰਬੀ ਯੂਰਪ ਦੇ ਫਿਲਿੱਪੇ ਵਿੱਚ ਪਹਿਲੇ ਯਿਸੂ ਸਮਾਜ ਦੀ ਸ਼ੁਰੂਆਤ ਕੀਤੀ। ਇਹ ਕਹਾਣੀ ਰਸੂਲਾਂ ਦੇ ਕਰਤੱਵ ਦੇ 16ਵੇਂ ਅਧਿਆਇ ਵਿੱਚ ਦੱਸੀ ਗਈ ਹੈ। ਫਿਲਿੱਪੇ ਪ੍ਰਾਚੀਨ ਮਕਦੂਨੀਆ ਦੀ ਇੱਕ ਰੋਮੀ ਬਸਤੀ ਸੀ। ਇਹ ਸੇਵਾ ਮੁਕਤ ਸਿਪਾਹੀਆਂ ਦੀ ਬਸਤੀ ਸੀ ਜੋ ਆਪਣੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਲਈ ਜਾਣੀ ਜਾਂਦੀ ਸੀ। ਜਦੋਂ ਪੌਲੁਸ ਨੇ ਉੱਥੇ ਪ੍ਰਚਾਰ ਕੀਤਾ ਕਿ ਯਿਸੂ ਜਗਤ ਦਾ ਸੱਚਾ ਪਾਤਸ਼ਾਹ ਹੈ ਤਾਂ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੌਲੁਸ ਦੇ ਉੱਥੋਂ ਚਲੇ ਜਾਣ ਪਿੱਛੋਂ ਉਹ ਲੋਕ ਲਗਾਤਾਰ ਵਿਰੋਧ ਅਤੇ ਸਤਾਅ ਦਾ ਸਾਹਮਣਾ ਕਰਦੇ ਰਹੇ ਜੋ ਯਿਸੂ ਦੇ ਪੈਰੋਕਾਰ ਬਣ ਗਏ ਸਨ। ਪਰ ਉਹ ਯਸ਼ੀਲਾ ਸਮਾਜ ਬਣੇ ਰਹੇ ਅਤੇ ਯਿਸੂ ਦੇ ਰਾਹ ਦੇ ਪ੍ਰਤੀ ਵਿਸ਼ਵਾਸਯੋਗ ਬਣੇ ਰਹੇ। ਪੌਲੁਸ ਨੇ ਇਹ ਪੱਤਰੀ ਆਪਣੀ ਕੈਦ ਦੇ ਦੌਰਾਨ ਇੱਕ ਬਹੁਤ ਹੀ ਅਭਿਆਸਕ ਕਾਰਨ ਨਾਲ ਲਿਖੀ। ਫਿਲਿੱਪੇ ਦੇ ਲੋਕਾਂ ਨੇ ਆਪਣੇ ਸਮੂਹਾਂ ਵਿੱਚੋਂ ਇਪਾਫ੍ਰੋਦੀਤੁਸ ਨੂੰ ਪੌਲੁਸ ਦੀ ਆਰਥਿਕ ਮਦਦ ਲਈ ਜੇਲ੍ਹ ਨੂੰ ਭੇਜਿਆ ਅਤੇ ਪੌਲੁਸ ਨੇ ਧੰਨਵਾਦ ਕਰਨ ਅਤੇ ਅਗਾਹਾਂ ਤੋਂ ਹੋਰ ਵੀ ਮਦਦ ਕਰਨ ਲਈ ਇਪਾਫ੍ਰੋਦੀਤੁਸ ਦੇ ਹੱਥੀਂ ਇਸ ਪੱਤਰੀ ਨੂੰ ਭੇਜਿਆ। ਪੌਲੁਸ ਦੀਆਂ ਹੋਰਨਾਂ ਪੱਤਰੀਆਂ ਤੋਂ ਹਟ ਕੇ ਇਸ ਪੱਤਰੀ ਦੀ ਰਚਨਾ ਸ਼ੁਰੂ ਤੋਂ ਅਖੀਰ ਤੱਕ ਇੱਕ ਮੁੱਦੇ ਤੇ ਵਿਚਾਰ ਨਹੀਂ ਹੈ। ਇਸ ਦੀ ਬਜਾਏ ਪੌਲੁਸ ਨੇ ਛੋਟੇ ਚਿੰਤਨਸ਼ੀਲ ਲੇਖਾਂ ਜਾਂ ਕਲਾਕ੍ਰਿਤੀ ਦੀ ਇੱਕ ਲੜੀ ਦਾ ਉਲੇਖ ਕੀਤਾ ਹੈ ਅਤੇ ਉਹ ਸਾਰੇ ਇਸ ਪੱਤਰੀ ਦੇ ਮਹੱਤਵ ਕੇਂਦਰ ਬਿੰਦੂ ਦੇ ਦੁਆਲੇ ਘੁੰਮਦੇ ਹਨ ਜੋ ਕਿ ਅਧਿਆਇ 2 ਦੀ ਇੱਕ ਕਾਵ ਰਚਨਾ ਹੈ। ਇਹ ਕਲਾਤਮਕ ਤੌਰ ਤੇ ਮਸੀਹ ਦੇ ਦੇਹਧਾਰੀ ਹੋਣ, ਉਸ ਦੀ ਜ਼ਿੰਦਗੀ, ਮੌਤ ਅਤੇ ਜੀ ਉੱਠਣ ਅਤੇ ਉਠਾਏ ਜਾਣ ਦੀ ਕਹਾਣੀ ਨੂੰ ਦੁਹਰਾਉਂਦਾ ਹੈ। ਤਦ ਇਸ ਵਿਵਰਣ ਵਿੱਚੋਂ ਪੌਲੁਸ ਇਸ ਕਵਿਤਾ ਦੇ ਮੁੱਖ ਸ਼ਬਦਾਂ ਜਾਂ ਵਿਚਾਰਾਂ ਨੂੰ ਲਵੇਗਾ ਤਾਂ ਜੋ ਇਹ ਦਰਸਾਏ ਕਿ ਇੱਕ ਮਸੀਹੀ ਵਜੋਂ ਜੀਉਣ ਦਾ ਕੀ ਅਰਥ ਹੈ ਅਤੇ ਕਿਵੇਂ ਤੁਹਾਡੇ ਜੀਵਨ ਵਿੱਚ ਯਿਸੂ ਦੀ ਕਹਾਣੀ ਦੀ ਛਾਪ ਦਿਖਾਈ ਦੇਣੀ ਚਾਹੀਦੀ ਹੈ। ਪੌਲੁਸ ਇਸ ਪੱਤਰੀ ਦਾ ਆਰੰਭ ਸ਼ੁਕਰਗੁਜ਼ਾਰੀ ਦੀ ਪ੍ਰਾਰਥਨਾ ਨਾਲ ਕਰਦਾ ਹੈ ਅਤੇ ਉਹ ਫਿਲਿੱਪੇ ਦੇ ਲੋਕਾਂ ਦੀ ਖੁੱਲ੍ਹਦਿਲੀ, ਉਹਨਾਂ ਦੀ ਵਫ਼ਾਦਾਰੀ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ ਅਤੇ ਪੌਲੁਸ ਆਪਣੇ ਭਰੋਸੇ ਨੂੰ ਜ਼ਾਹਰ ਕਰਦਾ ਹੈ ਕਿ ਜੀਵਨ ਪਰਿਵਰਤਨ ਦਾ ਕਾਰਜ ਜੋ ਪਰਮੇਸ਼ਵਰ ਨੇ ਉਹਨਾਂ ਦੇ ਅੰਦਰ ਸ਼ੁਰੂ ਕੀਤਾ ਹੈ ਉਹ ਹੋਰ ਅਧਿਕ ਵਫ਼ਾਦਾਰੀ ਅਤੇ ਪਿਆਰ ਦੇ ਵਧੇਰੇ ਸੁੰਦਰ ਪ੍ਰਗਟਾਵੇ ਵਿੱਚ ਜਾਰੀ ਰਹੇਗਾ। ਅਤੇ ਫਿਰ ਪੌਲੁਸ ਉਹਨਾਂ ਦੀ ਮੌਜੂਦਾ ਚਿੰਤਾ ਦੇ ਸਪਸ਼ਟ ਵਿਸ਼ੇ ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਕਿ ਕੈਦ ਵਿੱਚ ਉਸ ਦੀ ਸਥਿਤੀ ਬਾਰੇ ਹੈ। ਰੋਮੀ ਕੈਦ ਵਿੱਚ ਹੋਣਾ ਕੋਈ ਮੌਜ-ਮਸਤੀ ਜਿਹਾ ਨਹੀਂ ਸੀ, ਪਰੰਤੂ ਇਹ ਵਿਰੋਧਾਭਾਸ ਦੇ ਤੌਰ ਤੇ ਯਿਸੂ ਦੀ ਖੁਸ਼ਖਬਰੀ ਨੂੰ ਫੈਲਾਉਣ ਲਈ ਭਲਾਈ ਸਾਬਤ ਹੋਇਆ। ਸਾਰੇ ਰੋਮੀ ਅਧਿਕਾਰੀ ਅਤੇ ਸਿਪਾਹੀ ਜਾਣਦੇ ਸਨ ਕਿ ਪੌਲੁਸ ਯਿਸੂ ਨੂੰ ਜੀ ਉੱਠੇ ਪ੍ਰਭੂ ਦੇ ਵਜੋਂ ਘੋਸ਼ਿਤ ਕਰਨ ਦੇ ਕਾਰਨ ਕੈਦ ਵਿੱਚ ਹੈ ਅਤੇ ਉਸ ਦੇ ਕੈਦ ਵਿੱਚ ਹੋਣ ਨੇ ਦੂਸਰੇ ਮਸੀਹੀਆਂ ਨੂੰ ਯਿਸੂ ਬਾਰੇ ਖੁੱਲ੍ਹ ਕੇ ਚਰਚਾ ਕਰਨ ਦੀ ਦਲੇਰੀ ਦੀ ਪ੍ਰੇਰਣਾ ਦਿੱਤੀ। ਪੌਲੁਸ ਨੂੰ ਉਮੀਦ ਸੀ ਕਿ ਉਸ ਦੀ ਕੈਦ ਤੋਂ ਰਿਹਾਈ ਹੋ ਜਾਵੇਗੀ, ਪਰ ਇਹ ਵੀ ਸੰਭਾਵਨਾ ਸੀ ਕਿ ਉਸ ਨੂੰ ਮਾਰ ਦਿੱਤਾ ਜਾਵੇ। ਅਤੇ ਜਿਵੇਂ ਉਹ ਇਸ ਗੱਲ ਤੇ ਚਾਨਣਾ ਪਾਉਂਦਾ ਹੈ ਕਿ ਇਹ ਅਸਲ ਵਿੱਚ ਕੁਝ ਬੁਰਾ ਨਹੀਂ ਹੋਵੇਗਾ, ਕਿਉਂ ਜੋ ਪੌਲੁਸ ਆਖਦਾ ਹੈ ਕਿ ਮੇਰੇ ਲਈ ਜਿਉਣਾ ਮਸੀਹ ਅਤੇ ਮਰਨਾ ਲਾਭ ਹੋਵੇਗਾ। ਪੌਲੁਸ ਲਈ ਉਸ ਦੀ ਵਰਤਮਾਨ ਅਤੇ ਭਵਿੱਖ ਦੀ ਜ਼ਿੰਦਗੀ ਯਿਸੂ ਦੇ ਜੀਵਨ ਅਤੇ ਪਿਆਰ ਤੇ ਆਧਾਰਿਤ ਹੈ ਅਤੇ ਜੇ ਉਸ ਨੂੰ ਮਾਰ ਵੀ ਦਿੱਤਾ ਜਾਵੇ ਇਸ ਦਾ ਅਰਥ ਇਹ ਹੈ ਕਿ ਉਹ ਯਿਸੂ ਦੇ ਨਾਲ ਹੋਵੇਗਾ ਜੋ ਉਸ ਦੇ ਲਈ ਬਹੁਤ ਵਧੀਆ ਹੋਵੇਗਾ। ਅਤੇ ਜੇ ਉਸ ਦੀ ਰਿਹਾਈ ਹੋ ਗਈ, ਠੀਕ ਹੈ, ਇਸ ਦਾ ਅਰਥ ਇਹ ਹੋਵੇਗਾ ਕਿ ਉਹ ਹੋਰ ਕਲੀਸਿਆਵਾਂ ਦੀ ਸਥਾਪਨਾ ਦੇ ਕਾਰਜ ਨੂੰ ਜਾਰੀ ਰੱਖ ਸਕਦਾ ਹੈ ਜੋ ਹੋਰਨਾਂ ਲੋਕਾਂ ਲਈ ਬਿਹਤਰ ਹੋਵੇਗਾ ਅਤੇ ਇਸ ਲਈ ਉਹ ਇਹੀ ਉਮੀਦ ਰੱਖਦਾ ਹੈ। ਇੱਥੇ ਧਿਆਨ ਦੇਵੋ ਕਿ ਉਸ ਦੇ ਵਿਚਾਰਾਂ ਦਾ ਸਿਲਸਿਲਾ ਕਿਵੇਂ ਚੱਲਦਾ ਹੈ। ਪੌਲੁਸ ਲਈ ਸੱਚਾ ਬਲੀਦਾਨ ਦੂਸਰਿਆਂ ਦੀ ਸੇਵਾ ਕਰਨਾ ਹੈ, ਨਾ ਕਿ ਯਿਸੂ ਲਈ ਮਰਨਾ, ਅਤੇ ਇਸ ਪ੍ਰਕਾਰ ਇਹ ਪੌਲੁਸ ਦਾ ਯਿਸੂ ਦੀ ਕਹਾਣੀ ਵਿੱਚ ਭਾਗ ਲੈਣ ਦਾ ਤਰੀਕਾ ਹੈ। ਆਪਣੇ ਆਪ ਨਾਲੋਂ ਦੂਸਰਿਆਂ ਨੂੰ ਵਧੇਰੇ ਪਿਆਰ ਕਰਨ ਲਈ ਦੁੱਖ ਉਠਾਉਣਾ ਹੈ। ਪੌਲੁਸ ਫਿਰ ਫਿਲਿੱਪੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਇਸੇ ਮਾਨਸਿਕਤਾ ਨੂੰ ਅਪਣਾ ਕੇ ਯਿਸੂ ਦੀ ਮਿਸਾਲ ਵਿੱਚ ਹਿੱਸਾ ਲੈਣ। ਉਹ ਆਖਦਾ ਹੈ ਕਿ ਇੱਕ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਜੀਵਨ ਮਸੀਹ ਦੀ ਖੁਸ਼ਖਬਰੀ ਦੇ ਯੋਗ ਨਿਰੰਤਰ ਬਣਿਆ ਰਹੇ। ਫਿਲਿੱਪੇ ਦੇ ਮਸੀਹੀ ਅਜਿਹੀ ਜਗ੍ਹਾ ਵਿੱਚ ਰਹਿੰਦੇ ਸਨ ਜਿੱਥੇ ਰੋਮ ਦੇ ਪ੍ਰਤੀ ਦੇਸ਼ ਭਗਤੀ ਬਹੁਤ ਸੀ। ਉਹਨਾਂ ਦੇ ਜੀਵਨ ਨੂੰ ਦੂਸਰੇ ਰਾਜਾ ਦੁਆਰਾ ਨਿਰਦੇਸ਼ ਦਿੱਤਾ ਜਾਣਾ ਸੀ। ਜੋ ਯਿਸੂ ਹੈ, ਇਸ ਨਾਲ ਸਤਾਵ ਵੱਧ ਸਕਦਾ ਹੈ, ਪਰੰਤੂ ਉਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਉਂ ਜੋ ਯਿਸੂ ਦੀ ਕਹਾਣੀ ਅਨੁਸਾਰ ਜਿਉਣਾ ਯਿਸੂ ਨਾਲ ਦੁੱਖ ਉਠਾਉਣਾ ਹੀ ਹੈ, ਜੋ ਪੌਲੁਸ ਨੂੰ ਅਧਿਆਇ 2 ਦੀ ਮਹਾਨ ਕਵਿਤਾ ਵੱਲ ਲੈ ਜਾਂਦਾ ਹੈ ਜੋ ਪੁਰਾਣੇ ਨੇਮ ਦੇ ਵਚਨਾਂ ਦੀ ਗੂੰਜ ਨਾਲ ਭਰੀ ਹੈ, ਖਾਸਕਰ ਉਤਪਤ 1 ਤੋਂ 3 ਵਿੱਚ ਆਦਮ ਅਤੇ ਉਸ ਦੇ ਵਿਦਰੋਹ ਦੀ ਕਹਾਣੀ ਅਤੇ ਯਸ਼ਾਇਆ ਦੀ ਪੁਸਤਕ ਵਿੱਚ ਦੁੱਖ ਉਠਾਉਣ ਵਾਲੇ ਸੇਵਕ ਦੀ ਕਾਵ ਰਚਨਾ ਹੈ। ਇਹ ਕਵਿਤਾ ਯਾਦ ਕਰਨ ਦੇ ਲਾਇਕ ਹੈ। ਇਸ ਵਿੱਚ ਖੁਸ਼ਖਬਰੀ ਦੀ ਕਹਾਣੀ ਦਾ ਉਲੇਖ ਬਹੁਤ ਹੀ ਸੁੰਦਰਤਾ ਨਾਲ ਕੀਤਾ ਗਿਆ ਹੈ। ਮਨੁੱਖ ਬਣਨ ਤੋਂ ਪਹਿਲਾਂ ਮਸੀਹ ਪਹਿਲਾਂ ਤੋਂ ਹੀ ਮਹਿਮਾ ਵਿੱਚ ਅਤੇ ਪਰਮੇਸ਼ਵਰ ਨਾਲ ਸਮਾਨਤਾ ਵਿੱਚ ਸੀ ਅਤੇ ਆਦਮ ਦੇ ਉਲਟ ਜਿਸ ਨੇ ਪਰਮੇਸ਼ਵਰ ਨਾਲ ਬਰਾਬਰੀ ਖੋਹਣ ਦੀ ਕੋਸ਼ਿਸ਼ ਕੀਤੀ, ਮਸੀਹਾ ਨੇ ਆਪਣੇ ਨਿੱਜੀ ਲਾਭ ਲਈ ਉਸ ਦੇ ਬਰਾਬਰ ਹੋਣ ਦੇ ਰੁਤਬੇ ਦਾ ਸ਼ੋਸ਼ਣ ਨਾ ਕਰਨਾ ਚੁਣਿਆ। ਇਸ ਦੀ ਬਜਾਏ ਉਸ ਨੇ ਆਪਣੇ ਆਪ ਨੂੰ ਉਸ ਰੁਤਬੇ ਤੋਂ ਸਖਣਾ ਕਰ ਦਿੱਤਾ। ਉਹ ਇੱਕ ਮਨੁੱਖ ਬਣਿਆ, ਉਹ ਸਾਰਿਆਂ ਦਾ ਦਾਸ ਬਣ ਗਿਆ ਅਤੇ ਇਸ ਤੋਂ ਵੀ ਵੱਧ ਉਸ ਨੇ ਆਪਣੇ ਆਪ ਨੂੰ ਅਪਮਾਨਿਤ ਹੋਣ ਦਿੱਤਾ। ਉਹ ਰੋਮੀ ਮੌਤ ਦੀ ਸਜ਼ਾ ਦੀ ਪ੍ਰਣਾਲੀ ਦੁਆਰਾ ਮਾਰੇ ਜਾਣ ਵਿੱਚ ਵੀ ਪਿਤਾ ਦਾ ਆਗਿਆਕਾਰ ਰਿਹਾ
ਪਰ ਪਰਮੇਸ਼ਵਰ ਦੀ ਸ਼ਕਤੀ ਅਤੇ ਕਿਰਪਾ ਦੁਆਰਾ ਮਸੀਹਾ ਦੀ ਸ਼ਰਮਨਾਕ ਮੌਤ ਨੂੰ ਜੀ ਉੱਠਣ ਨਾਲ ਪਲਟਾ ਦਿੱਤਾ ਗਿਆ ਅਤੇ ਹੁਣ ਪਰਮੇਸ਼ਵਰ ਨੇ ਯਿਸੂ ਨੂੰ ਸਾਰੇ ਜਗਤ ਦੇ ਰਾਜੇ ਵਜੋਂ ਮਹਾਨ ਕੀਤਾ ਹੈ ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਸਾਰੇ ਨਾਮਾਂ ਤੋਂ ਉੱਪਰ ਹੈ, ਤਾਂ ਜੋ ਸਾਰੀ ਸ੍ਰਿਸ਼ਟੀ ਨੂੰ ਇਹ ਪਤਾ ਲੱਗ ਸਕੇ ਕਿ ਯਿਸੂ ਮਸੀਹ ਪਰਮੇਸ਼ਵਰ ਪਿਤਾ ਦੀ ਮਹਿਮਾ ਲਈ ਪ੍ਰਭੂ ਹੈ। ਹੁਣ ਉਹ ਆਖਰੀ ਬਿਆਨ ਹੈਰਾਨ ਕਰਨ ਵਾਲਾ ਹੈ। ਪੌਲੁਸ ਯਸ਼ਾਇਆ 45 ਅਧਿਆਇ ਤੋਂ ਹਵਾਲਾ ਦੇ ਰਿਹਾ ਹੈ। ਇਹ ਉਹ ਭਾਗ ਹੈ ਜਿੱਥੇ ਸਾਰੀ ਸ੍ਰਿਸ਼ਟੀ ਇਸਰਾਇਲ ਦੇ ਪਰਮੇਸ਼ਵਰ ਨੂੰ ਪ੍ਰਭੂ ਦੇ ਤੌਰ ਤੇ ਜਾਣ ਲੈਂਦੀ ਹੈ। ਇੱਥੇ ਪੌਲੁਸ ਦੀ ਗੱਲ ਬਿਲਕੁਲ ਸਪਸ਼ਟ ਹੈ। ਸਲੀਬ ਤੇ ਚੜਾਏ ਗਏ ਜੀ ਉੱਠੇ ਯਿਸੂ ਵਿੱਚ ਅਸੀਂ ਵੇਖਦੇ ਹਾਂ ਕਿ ਇਸਰਾਇਲ ਦੇ ਇੱਕ ਸੱਚੇ ਪਰਮੇਸ਼ਵਰ ਵਿੱਚ ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯਿਸੂ ਸ਼ਾਮਿਲ ਹਨ ਅਤੇ ਇਸ ਲਈ ਪੌਲੁਸ ਦੀ ਇਹ ਕਵਿਤਾ ਉਸ ਦੇ ਦ੍ਰਿੜ ਵਿਸ਼ਵਾਸ ਨੂੰ ਜ਼ਾਹਰ ਕਰਦੀ ਹੈ ਕਿ ਯਿਸੂ ਕੌਣ ਹੈ। ਇਹ ਯਿਸੂ ਮਸੀਹ ਦੀ ਮਿਸਾਲ ਨੂੰ ਜੀਵਨ ਸ਼ੈਲੀ ਦੀ ਤਰ੍ਹਾਂ ਪੇਸ਼ ਕਰਦਾ ਹੈ ਜਿਸ ਦੇ ਪਿੱਛੇ ਉਸ ਦੇ ਚੇਲਿਆਂ ਨੇ ਚੱਲਣਾ ਹੈ। ਇਸੇ ਕਰਕੇ ਪੌਲੁਸ ਦੋ ਕਹਾਣੀਆਂ ਸੁਣਾਉਂਦਾ ਹੈ, ਪਹਿਲਾ ਤਿਮੋਥੀਅਸ ਬਾਰੇ, ਫਿਰ ਇਪਾਫਰੋਦੀਤੁਸ ਬਾਰੇ, ਕਿਉਂਕਿ ਉਹ ਦੋਵੇਂ ਯਿਸੂ ਦੀ ਕਹਾਣੀ ਨੂੰ ਜਿਉਣ ਵਾਲੇ ਲੋਕਾਂ ਦੀਆਂ ਉਦਾਹਰਨਾਂ ਹਨ। ਤਿਮੋਥੀਅਸ ਯਿਸੂ ਵਰਗਾ ਹੈ ਕਿਉਂਕਿ ਉਹ ਆਪਣੇ ਨਾਲੋਂ ਜ਼ਿਆਦਾ ਲੋਕਾਂ ਦੀ ਭਲਾਈ ਲਈ ਚਿੰਤਿਤ ਰਹਿੰਦਾ ਹੈ। ਇਪਾਫਰੋਦੀਤੁਸ, ਜਿਸ ਨੂੰ ਫਿਲਿੱਪੇ ਦੇ ਲੋਕਾਂ ਨੇ ਦਾਨ ਰਾਸ਼ੀ ਨਾਲ ਭੇਜਿਆ, ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੌਲੁਸ ਦੀ ਕੈਦ ਵਿੱਚ ਸੇਵਾ ਕਰਨ ਲੱਗ ਪਿਆ। ਪੌਲੁਸ ਦੀ ਸੇਵਾ ਕਰਦੇ ਕਰਦੇ ਉਹ ਬਹੁਤ ਹੀ ਬਿਮਾਰ ਪੈ ਗਿਆ, ਇੱਥੋਂ ਤੱਕ ਕਿ ਮਰਨ ਦੇ ਨੇੜੇ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਅਤੇ ਪੌਲੁਸ ਤੇ ਦਇਆ ਕੀਤੀ ਅਤੇ ਉਸ ਮਿੱਤਰ ਨੂੰ ਬਚਾ ਲਿਆ। ਪੌਲੁਸ ਦੇ ਕਹਿਣ ਦਾ ਭਾਵ ਇਹ ਹੈ ਕਿ ਇਹ ਅਜਿਹੇ ਲੋਕ ਹਨ ਜੋ ਯਿਸੂ ਦੇ ਸੁਭਾਅ ਦੀ ਮਿਸਾਲ ਹਨ ਅਤੇ ਇਹਨਾਂ ਦਾ ਅਨੁਸਰਨ ਕਰਨਾ ਉਚਿਤ ਹੈ। ਮਿਸਾਲ ਲਈ ਪੌਲੁਸ ਫਿਰ ਆਪਣੀ ਕਹਾਣੀ ਵੱਲ ਵਾਪਸ ਆਉਂਦਾ ਹੈ। ਜਿਹੜੇ ਮਸੀਹੀ ਗੈਰ ਯਹੂਦੀ ਮਸੀਹਾਂ ਦੀ ਸੁੰਨਤ ਕਰਾਉਣ ਦੀ ਮੰਗ ਕਰ ਰਹੇ ਸਨ, ਗਲਾਤੀਆਂ ਨੂੰ ਲਿਖੀ ਉਸ ਦੀ ਚਿੱਠੀ ਨੂੰ ਯਾਦ ਰੱਖੋ। ਇਹ ਲੋਕ ਅਜੇ ਵੀ ਪੌਲੁਸ ਲਈ ਮੁਸੀਬਤ ਖੜੀ ਕਰ ਰਹੇ ਸਨ ਅਤੇ ਉਹ ਉਸ ਨੂੰ ਉਸ ਦੇ ਅਤੀਤ ਦੀ ਯਾਦ ਦਿਵਾਉਂਦੇ ਰਹਿੰਦੇ ਹਨ। ਜਦੋਂ ਉਹ ਯਿਸੂ ਦੇ ਚੇਲਿਆਂ ਨੂੰ ਸਤਾਉਂਦਾ ਸੀ, ਜਦੋਂ ਉਸ ਨੇ ਤੁਰੇਤ ਦੇ ਨਿਯਮਾਂ ਦੀ ਜੋਸ਼ ਨਾਲ ਆਗਿਆਕਾਰੀ ਕਰਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਹੱਕ ਸੱਚ ਦਰਸਾਉਣ ਦੀ ਕੋਸ਼ਿਸ਼ ਕਰਦਾ ਸੀ, ਪਰ ਹੁਣ ਯਿਸੂ ਵਾਂਗ ਪੌਲੁਸ ਨੇ ਵੀ ਉਹ ਸਭ ਰੁਤਬਾ ਅਤੇ ਅਧਿਕਾਰ ਛੱਡ ਦਿੱਤਾ ਹੈ। ਉਹ ਹੁਣ ਉਹਨਾਂ ਸਾਰੀਆਂ ਗੱਲਾਂ ਨੂੰ ਵਿਅਰਥ ਸਮਝਦਾ ਹੈ ਅਤੇ ਜਿਹੜਾ ਸ਼ਬਦ ਉਹ ਵਰਤਦਾ ਹੈ ਉਹ ਅਸਲ ਵਿੱਚ ਬਹੁਤ ਕਠੋਰ ਹੈ। ਉਸ ਨੇ ਸਭ ਕੁਝ ਯਿਸੂ ਦੀ ਤਰ੍ਹਾਂ ਇੱਕ ਦਾਸ ਬਣਨ ਲਈ ਛੱਡ ਦਿੱਤਾ ਕਿ ਉਸ ਦੇ ਦੁੱਖ ਅਤੇ ਕੁਰਬਾਨੀ ਦੇ ਪਿਆਰ ਵਿੱਚ ਭਾਗੀਦਾਰ ਬਣ ਜਾਵੇ। ਉਹ ਇਹ ਸਭ ਕੁਝ ਇਸ ਉਮੀਦ ਨਾਲ ਕਰਦਾ ਹੈ ਕਿ ਯਿਸੂ ਦਾ ਪਿਆਰ ਉਸ ਨੂੰ ਮੌਤ ਤੋਂ ਪਾਰ ਉਸ ਜੀ ਉੱਠਣ ਵਿੱਚ ਲੈ ਜਾਵੇਗਾ। ਇਸ ਲਈ ਪੌਲੁਸ ਯਿਸੂ ਦੇ ਪਿੱਛੇ ਚੱਲਣ ਵਾਲਿਆਂ ਨੂੰ ਆਖਦਾ ਹੈ ਕਿ ਉਹਨਾਂ ਦੀ ਸੱਚੀ ਨਾਗਰਿਕਤਾ ਸਵਰਗੀ ਹੈ। ਇਸ ਤੋਂ ਪੌਲੁਸ ਦਾ ਇਹ ਮਤਲਬ ਨਹੀਂ ਕਿ ਅਸੀਂ ਧਰਤੀ ਨੂੰ ਛੱਡ ਕੇ ਸਵਰਗ ਦੇ ਰਾਹ ਦੀ ਉਮੀਦ ਰੱਖੀਏ, ਬਲਕਿ ਸਵਰਗ ਤਾਂ ਉਹ ਉੱਤਮ ਜਗ੍ਹਾ ਹੈ ਜਿੱਥੇ ਯਿਸੂ ਇੱਕ ਰਾਜਾ ਦੇ ਰੂਪ ਵਿੱਚ ਰਾਜ ਕਰਦਾ ਹੈ ਅਤੇ ਉਹ ਆਖਦਾ ਹੈ ਕਿ ਅਸੀਂ ਵੱਡੀ ਬੇਸਬਰੀ ਨਾਲ ਆਪਣੇ ਰਾਜਸੀ ਮੁਕਤੀਦਾਤੇ ਦੀ ਇੱਥੇ ਉਡੀਕ ਕਰ ਰਹੇ ਹਾਂ ਕਿ ਉਹ ਵਾਪਸ ਨਵੀਂ ਸ੍ਰਿਸ਼ਟੀ ਦਾ ਨਿਰਮਾਣ ਨਿਆਂ ਅਤੇ ਜੀਵਨ ਬਦਲਣ ਵਾਲੇ ਪਿਆਰ ਨਾਲ ਕਰੇ। ਪੌਲੁਸ ਮੁੜ ਤੋਂ ਫਿਲਿੱਪੀਆਂ ਨੂੰ ਯਿਸੂ ਵਰਗਾ ਜੀਵਨ ਜੀਉਣ ਲਈ ਚੁਣੌਤੀ ਦਿੰਦਾ ਹੈ। ਉਹ ਪਹਿਲਾਂ ਉਹਨਾਂ ਦੋ ਵਿਸ਼ੇਸ਼ ਇਸਤਰੀ ਆਗੂਆਂ ਨਾਲ ਗੱਲ ਕਰਦਾ ਹੈ ਜਿਨ੍ਹਾਂ ਨੇ ਕਲੀਸਿਆ ਵਿੱਚ ਪੌਲੁਸ ਦੇ ਨਾਲ ਸਾਥ ਦਿੱਤਾ ਸੀ। ਉਹਨਾਂ ਵਿੱਚ ਕਿਸੇ ਕਿਸਮ ਦਾ ਵਿਵਾਦ ਸੀ ਅਤੇ ਇਸ ਲਈ ਪੌਲੁਸ ਉਹਨਾਂ ਨੂੰ ਮਸੀਹ ਦੀ ਹਲੀਮੀ ਦੀ ਮਿਸਾਲ ਅਨੁਸਾਰ ਚੱਲਣ ਦੀ ਬੇਨਤੀ ਕਰਦਾ ਹੈ ਕਿ ਉਹ ਮੇਲ ਕਰਨ ਅਤੇ ਇਕਜੁੱਟ ਹੋ ਜਾਣ। ਤਦ ਪੌਲੁਸ ਫਿਲਿੱਪੀਆਂ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਸਗੋਂ ਆਪਣੀ ਸਤਾਵ ਦੇ ਬਾਵਜੂਦ ਆਪਣੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਪਰਮੇਸ਼ਵਰ ਅੱਗੇ ਰੱਖਣ ਜੋ ਉਹਨਾਂ ਨੂੰ ਸ਼ਾਂਤੀ ਦਿੰਦਾ ਹੈ। ਅਤੇ ਪੌਲੁਸ ਦੇ ਆਖਣ ਅਨੁਸਾਰ ਅਜਿਹੀ ਸ਼ਾਂਤੀ ਉਹਨਾਂ ਗੱਲਾਂ ਤੇ ਧਿਆਨ ਦੇਣ ਨਾਲ ਮਿਲਦੀ ਹੈ ਜੋ ਭਲੀ, ਸੱਚੀ ਅਤੇ ਸੁਹਾਵਣੀ ਹਨ। ਹਮੇਸ਼ਾ ਸਾਡੇ ਕੋਲ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜਿਸ ਬਾਰੇ ਅਸੀਂ ਸ਼ਿਕਾਇਤ ਕਰੀਏ, ਪਰ ਯਿਸੂ ਦੇ ਪਿੱਛੇ ਚੱਲਣ ਵਾਲਾ ਜਾਣਦਾ ਹੈ ਕਿ ਜੀਵਨ ਇੱਕ ਭੇਟ ਹੈ ਅਤੇ ਹਰੇਕ ਹਾਲਾਤ ਵਿੱਚ ਸਾਨੂੰ ਕਿਰਪਾ ਅਤੇ ਭਲਾਈ ਨੂੰ ਦੇਖਣਾ ਚਾਹੀਦਾ ਹੈ। ਇਹ ਗੱਲ ਪੌਲੁਸ ਨੂੰ ਸਮਾਪਨ ਵੱਲ ਲਿਆਉਂਦੀ ਹੈ। ਉਹ ਫਿਰ ਤੋਂ ਫਿਲਿੱਪੀਆਂ ਦੇ ਲੋਕਾਂ ਦੇ ਬਲੀਦਾਨ ਪੂਰਵਕ ਦਾਨ ਲਈ ਧੰਨਵਾਦ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਜਾਣਨ ਕਿ ਉਸ ਦਾ ਕੈਦ ਵਿੱਚ ਜਾਣਾ ਅਤੇ ਗਰੀਬੀ ਦਾ ਸਮਾਂ ਉਸ ਲਈ ਕੋਈ ਕਠਿਨਾਈ ਨਹੀਂ ਹੈ। ਉਹ ਉਸ ਲਈ ਇੱਕ ਮਹਾਨ ਉਪਦੇਸ਼ਕ ਬਣ ਗਏ ਹਨ ਜੋ ਉਸ ਨੂੰ ਇਹ ਗੱਲ ਦਿਖਾਉਂਦੇ ਹਨ ਕਿ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਉਸ ਨੇ ਸੰਤੁਸ਼ਟ ਰਹਿਣ ਦਾ ਭੇਦ ਸਿੱਖ ਲਿਆ ਹੈ। ਇਸ ਸਧਾਰਨ ਤੌਰ ਤੇ ਉਸ ਉੱਤੇ ਭਰੋਸਾ ਕਰਨਾ ਹੈ ਜੋ ਉਸ ਨੂੰ ਬਲ ਦਿੰਦਾ ਹੈ। ਹੁਣ ਪੌਲੁਸ ਆਪਣੇ ਦੁੱਖਾਂ ਨੂੰ ਯਿਸੂ ਦੀ ਕਹਾਣੀ ਵਿੱਚ ਇੱਕ ਭਾਗੀਦਾਰੀ ਦੀ ਵਜੋਂ ਦੇਖਦਾ ਹੈ। ਫਿਲਿੱਪੀਆਂ ਨੂੰ ਪੱਤਰੀ ਪੌਲੁਸ ਦੇ ਆਪਣੇ ਮਨ ਅਤੇ ਦਿਲ ਦੇ ਵਿਚਾਰਾਂ ਨੂੰ ਜਾਣਨ ਦਾ ਇੱਕ ਮਾਰਗ ਹੈ। ਉਸ ਨੇ ਆਪਣੇ ਸਾਰੇ ਜੀਵਨ ਨੂੰ ਯਿਸੂ ਦੀ ਕਹਾਣੀ ਦਾ ਪੁਨਰ ਪ੍ਰਗਟੀਕਰਨ ਦੇ ਰੂਪ ਵਿੱਚ ਦੇਖਿਆ। ਜਿਵੇਂ ਕਿ ਤੁਸੀਂ ਇਸ ਪੱਤਰੀ ਵਿੱਚ ਦੇਖ ਸਕਦੇ ਹੋ, ਉਸ ਦਾ ਯਿਸੂ ਨਾਲ ਕਰੀਬੀ ਸਬੰਧ, ਉਸ ਦੀ ਜਾਗਰੂਕਤਾ ਕਿ ਯਿਸੂ ਦਾ ਪਿਆਰ ਅਤੇ ਉਸ ਦੀ ਹਜ਼ੂਰੀ ਉਸ ਦੇ ਆਪਣੇ ਸਰੀਰ ਨਾਲੋਂ ਵੀ ਕਰੀਬ ਹੈ ਅਤੇ ਇਸੇ ਗੱਲ ਨੇ ਉਸ ਦੇ ਬੁਰੇ ਸਮੇਂ ਵਿੱਚ ਉਸ ਨੂੰ ਹਲੀਮੀ ਅਤੇ ਉਮੀਦ ਦਿੱਤੀ।
ਇਸ ਤਰ੍ਹਾਂ ਪੌਲੁਸ ਸਾਨੂੰ ਦਰਸਾਉਂਦਾ ਹੈ ਕਿ ਯਿਸੂ ਨੂੰ ਜਾਣਨਾ ਵਿਅਕਤੀਗਤ ਤੌਰ ਤੇ ਬਹੁਤ ਹੀ ਗਹਿਰਾ ਅਤੇ ਬਦਲਾਵ ਦਾ ਮਾਰਗ ਹੈ। ਇਸ ਤਰ੍ਹਾਂ ਦੇ ਯਿਸੂ ਦੇ ਮਗਰ ਚੱਲਣ ਲਈ ਪੌਲੁਸ ਦੂਸਰਿਆਂ ਨੂੰ ਸੱਦਾ ਦਿੰਦਾ ਹੈ ਅਤੇ ਪੌਲੁਸ ਦੀ ਫਿਲਿੱਪੀਆਂ ਨੂੰ ਪੱਤਰੀ ਇਸੇ ਸਭ ਦੇ ਬਾਰੇ ਹੈ।